श्री नानक पाद पंकज बंदन पाद पंकज बंदन सिमरंगद दुख निकंदन अमरदास गुर हृदय नित त्याग हृदय नित ध्यान गुरु रामदास गुण गान श्री अर्जुन विगणन के नाशक विघ्नन के नाशक गोविंद शुभ सुमत प्रकाशक श्री हरि राय नमो कर जोरी नमो कर जोरी हरे कृष्ण मनाए होरी बहादुर परम कृपाला परम कृपाला गुरु गोविंद सिंह विशाला तरा पर पुन पुन सीसा पुन पुन सीसा बार बार जगदीशा जिसमें अमृत ज्ञान ज्ञान है नानक भगत बैराग श्री गुरु ग्रंथ साहिब हिम उदद बंदो कर अनुराग ओंकारा सतगुरु ते प्रसाद साध सज सज होए वाहिगुरु जी की फतेह निगन विनाशन सोए वाहिगुरु जी की फतेह विघ्न विनाशन सोए दोहरा एक दिन बैठे सहज सुबाए चौं दिस बिखै सिंह समुदाए पुत्र पठान को तबै चले आयो कर सलाम को शीस निवायो परम सन्मान योग चवर सतर तक दे मालक हाजरा हजूर सर्व कला भरपूर जुगो जुग अकाल साहिब श्री गुरु ग्रंथ साहिब जी की पावन पवित्र हजूरी के अंदर सतगुरां की साजी नवाजी गुरु स्वरूप गुरु खालसा साध संगत जी अत्यंत वड्डे भाग शाम के दीवान विच हाजरी भरन का सुभाग प्राप्त होया है। लड़ीवार गुर इतिहास कथा विचार अबचल नगर सचखंड श्री हजूर साहब नंदेड़ विखे धन गुरु गोबिंद सिंह साहब सच्चे पातशाह जी के पावन पवित्र प्रसंग आप जी सरवण कर रहे हो। पिछले प्रसंग में आप जी ने सरवण किया है जलंधर इलाके का एक नौजवान पठान जिहड़ा गुल खान जी का नाम है वो पठान जिहड़ा है चलदा चलदा सतगुरु गरीब नवाज धन गुरु गोबिंद सिंह साहब महाराज जी को मिलने वास्ते जाता है। भावें कि उसका पिछोकड़ जिहड़ा है वो पैंदे खान दे नाल मिलता पैंदे खान की अंश मनसदा है पर गुरु पिता जिहड़े बख्शांदगी ते दयालु सुभाअ दे ने गुरु पिता जी आश्चर्य कौतक करने वाले ने त्रिलोकी दे मालक ने त्रिलोकी दे मालक होने दे नाल उन्हां घट घट की अंतर की जानत भले बुरे की पीर पछाणत वाले ने पर सतगुरु कई बार खेड ऐसी रचाउंदे हन कि ਉਹਦੀਆਂ ਖੇਡਾਂ ਨੂੰ ਉਹੀ ਜਾਣ ਸਕਦਾ ਹੈ। ਜਦੋਂ ਪਠਾਨ ਜਾਂਦਾ ਹੈ ਬੜਾ ਆਦਰ ਸਤਿਕਾਰ ਪਾਤਸ਼ਾਹ ਜੀ ਕਰਦੇ ਹਨ।
ਉਹਦੇ ਨਾਲ ਗੱਲਬਾਤ ਕਰਦੇ ਉਹਦਾ ਪਿਛੋਕੜ ਜਿਹੜਾ ਉਹਦੇ ਬਾਰੇ ਪੁੱਛਿਆ ਜਾਂਦਾ ਹੈ, ਉਹਨੂੰ ਬੜਾ ਆਦਰ ਸਤਿਕਾਰ ਦਿੰਦੇ ਹਨ। ਸਿੰਘਾਂ ਦੇ ਮਨ ਵਿੱਚ ਵੀ ਕਿਤੇ ਨਾ ਕਿਤੇ ਜਾ ਕੇ ਇਸ ਗੱਲ ਦਾ ਬੜਾ ਰੋਸ ਕਹਿ ਦਈਏ ਜਾਂ ਉਹਨਾਂ ਦੇ ਮਨ ਵਿੱਚ ਅਚਰਜ ਜਿਹੇ ਖਿਆਲ ਆਉਂਦੇ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਇਹਨੂੰ ਬੜਾ ਸਤਿਕਾਰ ਦਿੰਦੇ, ਕੋਲ ਬਿਠਾਉਂਦੇ ਹਨ। ਉਹਨਾਂ ਦੇ ਮਨਾਂ ਵਿੱਚ ਵੀ ਕਈ ਤਰ੍ਹਾਂ ਦੇ ਖਿਆਲ ਆਉਂਦੇ ਨੇ, ਕਿਉਂਕਿ ਸਮਾਂ ਹੀ ਬੜਾ ਉਸ ਸਮੇਂ ਭਿਆਨਕ ਸੀ। 4 ਚੁਫੇਰੇ ਮੁਗਲ ਹਕੂਮਤ ਹੋਣ ਕਾਰਨ ਪਹਿਲਾਂ ਔਰੰਗਜ਼ੇਬ ਉਸ ਸਮੇਂ ਮਹਾਰਾਜ ਦੇ ਆਸ-ਪਾਸ ਸਿੰਘਾਂ ਨੇ ਬੜਾ ਕਠਿਨਾਈ ਦੇ ਨਾਲ ਪਹਿਰਾ ਲਾ ਕੇ ਰੱਖਣਾ, ਕੋਈ ਆਪਣਾ ਨਹੀਂ ਸੀ। ਇਸ ਕਰਕੇ ਹੁਣ ਭਾਵੇਂ ਨੰਦੇੜ ਚਲੇ ਗਏ ਨੇ, ਬਹਾਦਰ ਸ਼ਾਹ ਆ ਗਿਆ ਏ, ਫਿਰ ਵੀ ਕਿਸੇ 'ਤੇ ਵਿਸ਼ਵਾਸ ਕਰਨਾ ਜਾਂ ਬੜਾ ਔਖਾ ਸੀ। ਮਹਾਰਾਜ ਦੀ ਸੇਵਾ ਵਿੱਚ ਵਿਚਰਦੇ ਹਨ। ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਜਦੋਂ ਪਠਾਨ ਮਿਲਦਾ ਏ, ਉਸ ਤੋਂ ਬਾਅਦ ਫਿਰ ਮਹਾਰਾਜ ਨੂੰ ਭੇਜ ਦਿੰਦੇ ਹਨ। ਫਿਰ ਵਾਪਸ ਆਉਂਦਾ ਏ, ਵਾਪਸ ਆਣ ਕੇ ਸਤਿਗੁਰੂ ਦੇ ਚਰਨਾਂ 'ਤੇ ਨਮਸਕਾਰ ਕਰਦਾ, ਦੀਵਾਨ ਸਜਾ ਕੇ ਮਹਾਰਾਜ ਬੈਠੇ ਨੇ। ਗੁਰੂ ਕੇ ਸਿੱਖ ਪਰਮਹੰਸ ਸਤਿਗੁਰੂ ਦੀ ਸ਼ਰਨ ਵਿੱਚ ਬੈਠੇ ਹਨ। ਮਹਾਰਾਜ ਜੀ ਉਹਨਾਂ ਦੇ ਨਾਲ ਬਚਨ ਵਿਲਾਸ ਕਰਦੇ ਨੇ। ਜਦੋਂ ਉਹ ਪਠਾਨ ਆਣ ਕੇ ਸੀਸ ਨਵਾਉਂਦਾ, ਅੱਗੇ ਸਤਿਗੁਰੂ ਕੀ ਬਖਸ਼ਾ ਕਰਦੇ ਨੇ, ਇਸ ਤਰ੍ਹਾਂ ਦੀ ਗੱਲਬਾਤ ਉਹਦੇ ਨਾਲ ਕਰਦੇ ਹਨ। ਅਗਲੇ ਪ੍ਰਸੰਗ ਦੀ ਸਰਵਣ ਕਰਦੇ ਹਾਂ। ਆਓ ਪ੍ਰਸੰਗ ਦੀ ਰਮਤਾ ਤੋਂ ਪਹਿਲਾਂ ਗੁਰੂ ਕੀ ਸੀਸ ਲਈਏ। ਪਿਆਰ ਸਹਿ ਸਾਰੀ ਸੰਗਤ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਇੱਕ ਦਿਨ ਬੈਠੇ ਸਹਿਜ ਸੁਭਾਏ, ਚੌਂਦਿਸ਼ ਵਿਖੇ ਸਿੰਘ ਸਮੁਦਾਏ। ਇੱਕ ਦਿਨ ਕਲਗੀਧਰ ਪਾਤਸ਼ਾਹ ਜੀ ਸਹਿਜ ਸੁਭਾਏ ਬੈਠੇ ਹਨ ਤੇ ਨਾਲ ਮਹਾਰਾਜ ਦੇ 4 ਚੁਫੇਰੇ ਸਿੰਘ ਬੈਠੇ ਹਨ। ਨਾਲ ਰਹਿਣ ਵਾਲੇ ਸਤਿਗੁਰਾਂ ਦੇ ਵਿਚਰਨ ਵਾਲੇ ਸਿੱਖ ਜਿਹੜੇ ਸਨ, ਹਮੇਸ਼ਾ ਜਿਹੜੇ ਨਾਲ ਚੱਲਣ ਵਾਲੇ, ਉਹ ਸਾਰੇ ਸਿੱਖ ਬੈਠੇ ਨੇ। ਸਹਿਜ ਸੁਭਾਏ ਮਹਾਰਾਜ ਆਪਣੇ ਸਿੱਖਾਂ ਦੇ ਨਾਲ ਕੁਝ ਬਚਨ ਵਿਲਾਸ ਕਰਦੇ ਨੇ। ਪੁੱਤਰ ਪਠਾਨ ਤਬੈ ਚਲ ਆਇਓ, ਕਰ ਸਲਾਮ ਕੋ ਸੀਸ ਨਿਵਾਇਓ। ਪਠਾਨ ਦਾ ਪੁੱਤਰ ਆਇਆ ਏ, ਉਹਨੇ ਆਉਂਦਿਆਂ ਸਾਰ ਸਤਿਗੁਰੂ ਗਰੀਬ ਨਵਾਜ ਜੀ ਨੂੰ ਸੀਸ ਨਵਾਇਆ। ਸੀਸ ਨਵਾ ਕੇ ਤੇ ਸਲਾਮ ਕਰ ਰਿਹਾ ਹੈ। ਮਹਾਰਾਜ ਨਮਸਕਾਰ ਕਰਦਾ ਹੈ। ਨਮਸਕਾਰ ਕਰਕੇ ਜਦੋਂ ਸਤਿਗੁਰੂ ਜੀ ਦੇ ਸਨਮੁਖ ਹੋਇਆ ਹੈ, ਸਮਝ ਨਹੀਂ ਸ਼ਮਸ਼ ਨਹੀਂ ਜਿਸ ਮੁਖ ਪਰ ਆਈ, ਭਰੀ ਨਹੀਂ ਬਹੁ ਤਲ ਤਰਨਾਈ। ਸਾਧ ਸੰਗਤ ਜੀ, ਅਜੇ ਨਾ ਉਹਦੇ ਮੁਖ ਤੇ ਦਾੜੀ ਮੁੱਛਾਂ ਜਿਹੜੀ ਦਾੜੀ ਨਹੀਂ ਸੀ ਆਈ। ਸ਼ਮਸ਼ ਦਾ ਭਾਵ ਹੁੰਦਾ ਦਾੜੀ। ਜਿਵੇਂ ਆਪਾਂ ਆਮ ਕਹਿ ਦਿੰਦੇ ਵੀ ਨੌਜਵਾਨ, ਆਪਾਂ ਆਪਣੀ ਬੋਲੀ 'ਚ ਕਹਿ ਦਿੰਦੇ ਵੀ ਮੁੱਛ ਫੁੱਟ ਗੱਭਰੂ ਹੈ, ਅਜੇ ਦਾੜੀ ਨਹੀਂ ਆਇਆ, ਵੀ ਚੜ੍ਹਦੀ ਜਵਾਨੀ ਵਾਲਾ। ਉਸਦੇ ਮੂੰਹ ਉੱਪਰ ਹਲੇ ਦਾੜੀ ਨਹੀਂ ਸੀ ਆਈ। ਨੌਜਵਾਨ ਹੈ, ਭਰੀ ਨਹੀਂ ਬਹੁ ਤਨ ਤਰਨਾਈ। ਸਰੀਰ ਹਲੇ ਪੂਰੀ ਜਵਾਨੀ ਪ੍ਰਗਟ ਨਹੀਂ ਹੋਈ ਸੀ ਜੀ, ਕਿਉਂਕਿ ਜਿਹੜੀ ਜਵਾਨੀ ਦੀ ਅਵਸਥਾ ਹੈ 20 ਸਾਲ ਤੋਂ ਉੱਪਰ 30 ਸਾਲ ਤੱਕ ਭਰ ਜੋਬਨ ਜਿਹੜਾ ਬਣ ਜਾਂਦਾ ਹੈ। ਇਸੇ ਤਰ੍ਹਾਂ ਵੀ ਉਹ ਨੌਜਵਾਨ ਸੀ, ਦਾੜੀ ਵੀ ਮੁੱਖ 'ਤੇ ਆਈ ਤੇ ਜਵਾਨ ਅਵਸਥਾ ਸੀ, ਪਰ ਕਹਿ ਦਈਏ ਵੀ ਪੂਰਨ ਤੌਰ 'ਤੇ ਜਵਾਨੀ ਨਹੀਂ ਉਹਦੇ 'ਤੇ ਪੂਰੀ ਅਜੇ, ਪੂਰਨ ਰੂਪ ਵਿੱਚ ਜਵਾਨ ਨਹੀਂ ਸੀ ਹੋਇਆ ਜੇ। ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਇਹ ਜਿਹੜੀਆਂ ਅਵਸਥਾ ਜਿਹੜੀ ਜਵਾਨੀ ਦੇ ਵਿੱਚ ਪੈਰ ਧਰਦਾ ਪਿਆ ਜੇ, ਜਵਾਨ ਹੁੰਦਾ ਪਿਆ ਹੈ, ਐਸਾ ਪਠਾਨ ਜਿਹੜਾ ਸੀ ਉਹ ਸਤਿਗੁਰੂ ਦੀ ਸ਼ਰਨ ਵਿੱਚ ਆਇਆ ਹੈ। ਆਦਬ ਸਾਥ ਆਗੇ ਰਹਿ ਖਰਿਓ, ਸ਼੍ਰੀ ਮੁਖ ਤੇ ਕਹਿ ਭੋਜਨ ਕਰਿਓ। ਦੇ ਨਾਲ ਸਤਿਕਾਰ ਦੇ ਨਾਲ ਸਤਿਗੁਰੂ ਦੇ ਸਨਮੁਖ ਅੱਗੇ ਖੜਾ ਹੋ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਨੂੰ ਪੁੱਛਣਾ ਕੀਤਾ, ਕੌਣ ਦੇਸ਼ ਕਿਸ ਪੁਰ ਮੈਂ ਕਰ ਤੇਰੋ, ਕੌਣ ਮੁਰਾਰਥ ਹੈ ਸ਼ੁਭ ਹੇਰੋ। ਔਰ ਮਹਾਰਾਜ ਸਾਹਿਬ ਜੀ ਕਹਿੰਦੇ, ਕੌਣ ਮਰ ਦੀਨੋਂ ਕਿਤ ਆਵਣ, ਕੌਣ ਨਾਮ ਹੈ ਕਰਹੁ ਬਤਾਵਣ। ਤੂੰ ਕੌਣ ਹੈ, ਕਿਸ ਵਾਸਤੇ ਆਇਆ ਹੈ, ਕੌਣ ਨਾਮ ਹੈ, ਤੇਰਾ ਨਾਮ ਕੀ ਹੈ, ਸਾਨੂੰ ਦੱਸਣਾ ਕਰ, ਕਿੱਥੋਂ ਆਇਆ ਤੂੰ। ਕੌਣ ਦੇਸ਼ ਕਿਸ ਪੁਰ ਘਰ ਤੇਰੋ, ਤੇਰਾ ਦੇਸ਼ ਕਿਹੜਾ, ਤੇਰਾ ਘਰ ਕਿੱਥੇ ਹੈ। ਕੌਣ ਮਨੋਰਥ ਕੋ ਗੁਰ ਅਲੋਰੇ,
तेरे हृदय च की मनोरथ है, तू किस मनोरथ वास्ते आया। भावें उन्हें इत्थे वे कोई इशारा जिहड़ा ना कलगीधर पातशाह जी का वो इसी पासे वाल जाता भी ये जिहड़ा पठान आया महाराज नूं सवाल करके किन्ने सवाल कर दे महाराज जी कौन है तू भाई, किसी को आप वेख के कहने कौन है, कित्थों आया है, तेरा नाम की है, ते फिर पूछते तेरा देश किहड़ा है, कित्थों आया तू, घर तेरा कित्थे है, तेरा मनोरथ की 6-7 सवाल लगातार करते महाराज जी। हुण ऐसे सवाल हो गए जिहड़े बंदे को इन्ने सवाल हो गए, सवाल तो एक ही का जवाब देना औखा हो जाता, तो महाराज ने 6-7 सवाल कर दिते। जदों उन्हें 6-7 सवाल सुने हैं, कौन नाम है पिता पितामा, कहो प्रसंग कैसे तज तामा। अगला सवाल फिर महाराज ने कर दिता भी कौन नाम, तेरे पिता का नाम की, तेरे पितामा दादे का नाम की है, कहो प्रसंग कैसे तज धामा, अपना प्रसंग अपनी वारता लाभ सुना भी घर बार छड्ड के क्यों आया है। तीजा सवाल हो गया तेरे पिता का नाम, तेरे दादे का नाम, कित्थों आया, घर बार छड्ड के क्यों आया। ये सारे सवाल कलगीधर जी ने कर दिते हैं। सुन पठान के पूते उचारा, हो तो पैंद खांदाद हमारा। इस पठान ने सारे सवालों नूं इक्के बार कवर करदिया होया अपने वालों जवाब दिता, कहन लगा जी मेरे दादे का नाम पैंदे खान है, ते मेरा दादा पैंदे खान सी ना, वो तुहाडे दादे धन गुरु हरगोबिंद साहब महाराज जी के कोल रहते रहे। हुण ये एक उही जिहड़ी सारी वार्तालाप उत्थे आ जाती है, जिवें महाराज सतगुरु गुरु गोबिंद सिंह महाराज जी के दादा गुरु हरगोबिंद साहब जी ने, इसी तरह औरंगजेब जिहड़ा सी, औरंगजेब का दादा जिहड़ा सी उन्हें जहांगीर उन्होंने नाल उस समय के दौरान इस तरह के नाल जंग कीते। इत्थे उही गल फिर बन गई, जे गुरु गोबिंद सिंह महाराज सच्चे पातशाह जी आए, पहाड़ी राजियां नाल जंग होया तो उदों भी पहाड़ी राजे भीम शाह जिहड़ा भीम शाह सी उहदे दादे नूं धन गुरु हरगोबिंद साहब जी धन गुरु गोबिंद सिंह जी दादा गुरु हरगोबिंद साहब जी ग्वालियर के किले चों लैके आए थे। उदों भी महाराज ने कहा सी तेरे दादे नूं मेरे दादे ने राज भाग दिता, तू उसी तू अपने दादे का पोता, मैं अपने दादे का पोता, तेरा मेरा इत्थे आण के जंग। इस तरह के नाल जी जिहड़ा पठान आया ना, इन्हें महाराज नूं कहा भी मेरे दादे का नाम है जी पैंदे खान, ते पैंदे खान मेरा दादा है। जदों ये गल दस दी है, नाम पदर को संदे खाना, गुल खां मेरो नाम बखाना। मेरे जिहड़ा पिता उहदा नाम सी संदे खान, दादे मेरे का नाम पैंदे खान ते मेरे पिता का नाम संदे खान, गुल खान मेरो नाम बखाना। मैनू जिहड़ा गुल खां कह के पुकारदे ने, मेरा नाम गुल खां है। मदर पठान आप पहचानो, देश नगर कर दूर महानो। कहंदा जी मैं पठान मर्द हाँ, मैनू पठान मर्द जानो आप पहचान लो जी, मैं मर्द पठान हाँ, देश नगर घर दूर महानो, मेरा देश ते मेरा नगर बहुत दूर है। क्योंकि महाराज हुण महाराष्ट्र में चले गए ने, पंजाब की धरती तो गए सी, ये इधरों जाके आए। महाराज नूं कहंदा मेरा देश ते घर मेरा बहुत दूर है, पर मेरे दादा पैंदे खान ने, मेरे संदे खान जिहड़ा मेरे पिता का नाम, मेरा नाम गुल खान है। अपने नाम जिहड़े ने दर्शा दिते हन। दुआबे बीच जलंधर जाहिर, छोटा मीरपुर ग्राम ते सठाहर। अपने देश बारे घर बारे दसदा भी जलंधर शहर जिहड़ा ना दुआबे दे विच प्रगट है, क्योंकि जलंधर ये सूबा ये महाराज दे नाल जंगां विच भी जलंधर का सूबा जाता रहा सी। जदों औरंगजेब कोई गलबात कोई चिट्ठी वार्तालाप भेजदा सी, जलंधर ये सूबा ते इसी तरह सरहंद सूबा, कश्मीर सूबा, लाहौर सूबा, इन्हां सारिਆਂ ਨੂੰ ਵਿੱਚ लिया जाता सी। उदों ये जलंधर शहर इस करके प्रगट सी ते कहंदा जी जलंधर शहर बारे सुनिया प्रगट है, छोटा मीर ग्राम ते सठाहर उस ਜ਼ਿਲ੍ਹੇ ਦੇ ਵਿੱਚ ਹੁਣ ਉਹਨੂੰ ਜ਼ਿਲ੍ਹਾ ਕਹਿੰਦੇ, ਪਹਿਲਾਂ ਜ਼ਿਲ੍ਹਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਹੁਣ ਜਲੰਧਰ ਜ਼ਿਲ੍ਹਾ ਹੈ। ਕਹਿੰਦੇ ਜੀ ਉਸ ਸ਼ਹਿਰ ਦੇ ਕੋਲ ਮੇਰਾ ਛੋਟਾ ਗ੍ਰਾਮ, छोटे मीर मेरा पिंड है,
ਉਥੋਂ ਮੇਰੀ ਰਹਿਣ ਸਹਿਣ, ਉਥੋਂ ਦਾ ਰਹਿਣ ਵਾਲਾ ਹਾਂ। ਚਰੰਕਾਲ ਚਾਕਰ ਪਤਸ਼ਾਹੀ ਲੈ ਕਰ ਦਰਬ ਗੁਜਰ ਨਿਵਹਾਈ। ਹੁਣ ਆਪਣੀ ਅਗਲੀ ਗੱਲ ਦੱਸਦਾ, ਕਹਿੰਦਾ ਜੀ ਬਹੁਤ ਚਿਰ ਨਾਲ, ਬਹੁਤ ਦੇਰ ਤੋਂ ਬਾਦਸ਼ਾਹ ਦੀ ਨੌਕਰੀ ਕਰ ਰਿਹਾ ਹਾਂ। ਇਹ ਧਨ ਲੈ ਕੇ ਬਸ ਗੁਜ਼ਾਰਾ ਕਰਦੇ ਹਾਂ। ਬਾਦਸ਼ਾਹ ਦੇ ਸ਼ਾਹੀ ਲਸ਼ਕਰ ਦੇ ਵਿੱਚ ਨੌਕਰੀ ਕਰਦੇ ਹਾਂ, ਉੱਥੋਂ ਧਨ ਲੈ ਕੇ ਆਪਣਾ ਗੁਜ਼ਾਰਾ ਪਾਣੀ ਕਰਦੇ ਹਾਂ। ਜਨਨੀ ਕਹਿ ਕਰ ਮੋਹਿ ਸਿਖਾਇਓ, ਸਭ ਰਾਵਰ ਕੋ ਭੇਦ ਬਤਾਇਓ। ਜਿਹੜੀ ਮੇਰੀ ਮਾਂ ਨੇ ਮੈਨੂੰ ਕਹਿ ਕੇ ਸਿਖਾਇਆ ਸੀ ਨਾ, ਮੇਰੀ ਮਾਂ ਨੇ ਦੱਸਿਆ ਸੀ ਵੀ ਤੇਰੇ ਦਾਦਾ ਕੌਣ ਸਨ, ਤੇਰੇ ਪਿਤਾ ਕੌਣ, ਬਾਦਸ਼ਾਹ ਦੇ ਕੋਲ ਕਿਵੇਂ ਨੌਕਰੀ ਕੀਤੀ ਹੈ, ਉਹ ਸਾਰਾ ਭੇਦ ਮੈਂ ਤੁਹਾਨੂੰ ਦੱਸ ਦਿੱਤਾ ਹੈ। ਦਿਲ ਜਮਾਲ ਪਾ ਦਰਸ਼ਨ ਕਰਬੇ, ਸਰਬ ਗੁਨਾਹੇ ਸ਼ਿਗਰ ਪਰ ਹਰਬੇ। ਮੇਰੇ ਮਨ ਵਿੱਚ ਨਾ ਆਪ ਜੀ ਦੇ ਜਮਾਲ ਦੇ ਦਰਸ਼ਨ ਕਰਨ ਨੂੰ ਦਿਲ ਕਰਦਾ ਸੀ, ਮੇਰਾ ਦਿਲ ਕਰਦਾ ਸੀ ਤੁਹਾਡਾ ਦਰਸ਼ਨ ਕਰਨ ਨੂੰ। ਦਰਸ਼ਨ ਕਰਕੇ ਨਾ ਮੇਰੇ ਸਾਰੇ ਗੁਨਾਹ ਛੇਤੀ ਦੂਰ ਹੋ ਗਏ। ਬਸ ਮਨ ਵਿੱਚ ਇੱਛਾ ਸੀ ਵੀ ਤੁਹਾਡੇ ਦਰਸ਼ਨ ਕਰਾਂ, ਤੁਹਾਡੇ ਬਾਰੇ ਸੁਣਿਆ ਸੀ, ਇਸ ਕਰਕੇ ਮੈਂ ਤੁਹਾਡੇ ਦਰਸ਼ਨ ਦੀਦਾਰ ਕਰਨ ਵਾਸਤੇ ਆਇਆ ਹਾਂ। ਭਇਓ ਪਾਕ ਮੈਂ ਲਹੋ ਦੀਦਾਰਾ, ਤੁਮ ਪੀਰਨ ਕੇ ਪੀਰ ਉਦਾਰਾ। ਕੋਈ ਬੰਦਾ ਕਿਸੇ ਨੂੰ ਧੋਖਾ ਦਿੰਦਾ, ਵੈਸੇ ਤਾਂ ਗੁਰੂ ਗੋਬਿੰਦ ਸਿੰਘ ਹੁਣ ਤ੍ਰਿਲੋਕੀ ਦੇ ਮਾਲਕ ਨੇ, ਮਹਾਰਾਜ ਨੂੰ ਕੌਣ ਧੋਖਾ ਦੇ ਸਕਦਾ ਸੀ, ਕੌਣ ਮਹਾਰਾਜ ਨੂੰ ਛੱਡ ਸਕਦਾ ਕਿਤੇ। ਜਿਹੜਾ 10 ਲੱਖ ਦੇ ਘੇਰੇ ਵਿੱਚੋਂ ਆਵਾਜ਼ ਮਾਰ ਕੇ ਆਉਂਦਾ ਹੈ, ਹਿੰਦ ਮੇ ਪੀਰ ਜਾਊਗਾ, ਹਿੰਦੂਆਂ ਦਾ ਸਿੱਖਾਂ ਦਾ ਗੁਰੂ ਜਾ ਰਿਹਾ ਹੈ। 10 ਲੱਖ ਦੇ ਘੇਰੇ ਨੂੰ ਚੀਰਨ ਵਾਲੇ ਨੂੰ ਕੋਈ ਕੌਣ ਆਣ ਕੇ ਵਾਰ ਕਰ ਸਕਦਾ ਹੈ। ਪਰ ਇੱਥੇ ਮਹਾਰਾਜ ਦੇ ਬੜੇ ਅਚਰਜ ਕੌਤਕ ਨੇ। ਆਪਣੇ ਵੱਲੋਂ ਆਪਣੀ ਗੱਲ ਕਰਦਾ, ਕਹਿੰਦਾ ਜੀ ਤੁਹਾਡੇ ਦਰਸ਼ਨ ਕਰਕੇ ਨਾ ਮੈਂ ਪਾਕ ਪਵਿੱਤਰ ਹੋ ਗਿਆ। ਤੁਸੀਂ ਪੀਰਾਂ ਦੇ ਪੀਰ ਹੋ, ਕਿਉਂਕਿ ਸ਼ਾਮਤ ਕਰਦਾ, ਫੋਕੀ ਜੀ ਵਡਿਆਈ ਕਰਦਾ। ਜਦੋਂ ਫੋਕੀ ਵਡਿਆਈ ਕਰਦਾ ਨਾ ਬੰਦਾ ਆਪਣੇ ਸਵਾਰਥ ਵਾਸਤੇ ਕਰਦਾ ਹੁੰਦਾ ਹੈ। ਜਿਹੜਾ ਅੰਦਰੋਂ ਸਿਜਦਾ ਕਰਦਾ ਉਹ ਫੋਕੀ ਨਹੀਂ ਕਰਦਾ। ਗੁੱਲ ਖਾਨ ਫੋਕੀ ਜੀ ਵਡਿਆਈ ਕਰਦਾ ਹੋਇਆ ਮਹਾਰਾਜ ਨੂੰ ਕਹਿੰਦਾ ਤੁਸੀਂ ਪੀਰਾਂ ਦੇ ਪੀਰ ਹੋ, ਤੁਹਾਡੇ ਮੈਂ ਦਰਸ਼ਨ ਕਰ ਲੈ, ਮੈਂ ਪਾਕ ਪਵਿੱਤਰ ਹੋ ਗਿਆ ਹਾਂ। ਸੁਨ ਸਤਿਗੁਰ ਖਾਨ ਸਨਮਾਨਾ, ਕਹਿਓ ਕਰਿਓ ਸਮੀਪ ਬਿਠਾਵਨ ਠਾਨਾ। ਗੋਬਿੰਦ ਸਿੰਘ ਸਾਹਿਬ ਜੀਆਂ ਨੇ ਬੜਾ ਸਨਮਾਨ ਕੀਤਾ ਖਾਨ ਦਾ। ਸਨਮਾਨ ਕਰਕੇ ਆਦਰ ਕਰਕੇ ਆਪਣੇ ਕੋਲ ਬਿਠਾ ਲਿਆ ਹੈ। ਆਵਨ ਕਰੋ ਹਮੇਸ਼ੇ ਅਥਾਈ, ਦਰਸੋ ਪਰਚੋ ਜਿਮ ਔਰ ਪਾਈ। ਅਗਲਾ ਬਚਨ ਫੇਰ ਕਰ ਦਿੱਤਾ ਵੀ ਇਹਨੂੰ ਵੀ ਸ਼ੱਕ ਨਾ ਹੋਵੇ ਵੀ ਕਿਤੇ ਮੇਰੇ ਤੇ ਸ਼ੱਕ ਹੋ ਗਿਆ। ਮਹਾਰਾਜ ਕਹਿੰਦੇ ਚੰਗਾ ਭਾਈ ਗੁੱਲ ਖਾਨ, ਆਉਂਦਾ ਰੰਗ ਆਉਂਦਾ ਜਾਂਦਾ ਰਿਹਾ ਕਰ, ਹਮੇਸ਼ਾ ਤੇਰੇ ਵਾਸਤੇ ਦਰਵਾਜ਼ੇ ਖੁੱਲੇ ਨੇ, ਆਇਆ ਕਰ। ਦਰਸ਼ਨ ਪਰਸੋ ਜਿਮੁਰ ਭਾਈ, ਜਿਵੇਂ ਭਾਈ ਤੇਰੇ ਮਨ ਵਿੱਚ ਭਾਉਂਦਾ ਹੈ ਦਰਸ਼ਨ ਕਰਿਆ ਕਰ, ਬੈਠਿਆ ਕਰ ਸਿੱਖਾਂ ਵਿਚਾਰ ਕੇ, ਜਿਵੇਂ ਤੇਰੇ ਮਨ ਦੀ ਇੱਛਾ ਉਵੇਂ ਕਰ ਲਈ, ਆਇਆ ਕਰ। ਮਹਾਰਾਜ ਨੇ ਅੱਗੋਂ ਇਹ ਕਹਿ ਦਿੱਤਾ ਵੀ ਆਉਂਦਾ ਜਾਂਦਾ ਰਿਹਾ ਕਰ। ਹੁਣ ਉਹਨੂੰ ਥੋੜਾ ਜਿਹਾ ਹੋਰ ਹੌਸਲਾ ਮਿਲ ਗਿਆ ਵੀ ਮੈਨੂੰ ਤੇ ਮਹਾਰਾਜ ਨੇ ਖੁੱਲਾ ਸਮਾਂ ਦੇ ਦਿੱਤਾ ਹੈ। ਬੈਠਿਓ ਚਤਰ ਕਟੀ ਲਗ ਖਾਨਾ, ਬਾਹਰ ਉਠਿਓ ਕਰ ਮਸਤਕ ਪਾਨ। 4 ਘੜੀ ਸਾਧ ਸੰਗਤ ਜੀ ਮਹਾਰਾਜ ਦੇ ਕੋਲ ਬੈਠਾ ਰਿਹਾ, ਤਕਰੀਬਨ 1.5 ਘੰਟੇ ਵਾਂਗ ਸਤਿਗੁਰੂ ਜੀ ਦੇ ਕੋਲ ਬੈਠਾ ਹੈ। ਫਿਰ ਉੱਠਿਆ ਹੈ, ਧਰ ਮਸਤਕ ਪਾਣ, ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਕਰਕੇ ਉੱਠਿਆ ਹੈ। ਝੁਕ ਸਲਾਮ ਕੀਨੀ ਹੋਏ ਖਰੇ, ਗੁਰਨ ਬਿਲੋਕਨ ਕਰਨਾ ਧਰੇ। ਪਠਾਨ ਗੁੱਲ ਖਾਨ ਨੇ ਮਹਾਰਾਜ ਜੀ ਨੂੰ ਝੁਕ ਕੇ ਨਮਸਕਾਰ ਕੀਤੀ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦੇਖਿਆ, ਬੜੀ ਕਿਰਪਾ ਦ੍ਰਿਸ਼ਟੀ ਦੇ ਨਾਲ ਤੱਕਣਾ ਕੀਤਾ ਵੀ ਇਹ ਗੁੱਲ ਖਾਨ ਜਿਹੜਾ ਹੈ ਬੜੀਆਂ ਝੁਕ ਕੇ ਸਲਾਮਾਂ ਕਰਦਾ ਹੈ। ਹੁਣ ਮਹਾਰਾਜ ਤੇ ਜਾਣਦੇ ਸਨ ਵੀ ਅੰਦਰੋਂ ਝੂਠੇ ਪੈਜ ਬਾਹਰ, ਅੰਦਰੋਂ ਝੂਠਾ ਸੀ ਪੈਜ ਬਾਰ-ਬਾਰ ਪੈਜ ਬਣਾਉਂਦਾ ਸੀ। ਮਹਾਰਾਜ ਤੇ ਜਾਣ ਸਨ, ਅੰਦਰੇ ਅੰਦਰ ਪ੍ਰਸੰਨ ਹੋ ਰਹੇ ਨੇ ਤੇ ਫਿਰ ਵੀ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ ਹੈ। ਪੰਜ ਅਸਰਮੀ ਬਖਸ਼ਨ ਕੀਨ, ਲੈ ਕਰ ਗੁਲ ਖਾਂ ਹਰਖਿ ਪੀਨ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ 5 ਮੋਹਰਾਂ ਸੋਨੇ ਦੀਆਂ ਗੁੱਲ ਖਾਨ ਨੂੰ ਜੀ ਜਦੋਂ ਆਇਆ ਸਨਮਾਨ ਵਜੋਂ ਦਿੱਤੀਆਂ। ਗੁੱਲ ਖਾਨ ਮਹਾਰਾਜ ਤੋਂ 5 ਮੋਹਰਾਂ ਲੈ ਕਰਕੇ ਬੜਾ ਪ੍ਰਸੰਨ ਹੋਇਆ ਹੈ। ਹੁਣ ਚੱਲ ਗਇਓ ਆਪਣੇ ਥਾਨਾ, ਜਨਨੀ ਸੰਗ ਪਰ ਸੰਗ ਬਖਾਨਾ। ਆਪਣੇ ਡੇਰੇ ਚਲਿਆ ਗਿਆ, ਆਪਣੀ ਮਾਂ ਦੇ ਨਾਲ ਜਾ ਕੇ, ਮਾਤਾ ਦੇ ਜਾ ਕੇ ਨਾ ਗੁਰੂ ਜੀ ਨਾਲ ਹੋਇਆ, ਬੀਤਿਆ ਸਾਰਾ ਸਮਾਂ, ਗੱਲਾਂ ਬਾਤਾਂ ਜੋ ਕੀਤੀਆਂ ਸਾਰੀ ਵਾਰਤਾਲਾਪ ਆਪਣੀ ਮਾਤਾ ਨੂੰ ਜਾ ਕੇ ਦੱਸਦਾ ਹੈ। ਮਿਹਰਬਾਨਗੀ ਕਰਿ ਕਿਰਪਾਲਾ, ਬਖਸ਼ਿਓ ਆਵਤ ਦਰਬ ਵਿਸਾਲਾ। ਗੁਰੂ ਜੀ ਨੇ
बड़ी मेहरबानगी की मेरे ते, बड़ी कृपा की है। आउण लग्या मैनू बहुत सारा धन दे के भी नवाजिया है ते मेरा मान सन्मान किया है। हुक्म करो इने आओ हमेशो, सुन माता तेह हरख बशैसो। दसदा अपनी मां नूं दसदा भी गुरु साहब ने हुक्म भी किया, मैनू ये कहा भी हमेशा आउंदा रही, तेरे वास्ते दरवाजे खुले ने। ये गल सुन के गुल खान की मां वो भी बहुत प्रसन्न हुई है। दिवसे आगले पुन चल गयो, झुक सलाम को ठानत पयो। गुल खान जांदा जी सतगुरु जी दे कोल जाके झुक के सलाम करदा, नमस्कार करदा है। सतगुर सादर निकट बैठायो, थिरियो करी श्री बदन अलायो। गोबिंद सिंह महाराज जी ने फिर बड़ा आदर सत्कार दे के अपने कोल बिठा लिया। एक घड़ी बैठा सतगुरु के वचन सुनता रहा। महाराज जी फिर बोले हैं, इस गुल खान नूं पुछदे हन, चौपड़ खेल लखै के नाही, सुन के कहो आए मम पाही। सतगुरु पुछदे आ भी गुल खान तेन चौपड़ की खेड खेडनी आउंदी है? जदों ये वचन किया महाराज साहब जी नूं पुछया ना, जदों सतगुरु जी ने पुछया अगों फिर जवाब दिता, सुन कै कहो आए मम माही। कहता महाराज मैनू आउंदी है। हुण सतगुरु ये चौपड़ की खेड जिहड़ी ना, इहदे विच महाराज कोई अपना जिहड़ा अचरज कौतुक विखा रहे हैं, दस रहे हैं भी नरदा जिवें एक दूजे नूं धोखा दे के बंदा कोई लंघण की कोशिश करता, पर गुरु साहब की खेड जिहड़ी वो सच्ची है। महाराज एक खेड विखाउणा चाहुंदे सन भी खेड विच बंदा किवें एक दूजे नूं जिहड़ा धोखा दिंदा है। सतगुरु पुछदे कदे खेडिया चौपड़ की खेड? कहता जी हाँ मैनू आउंदी है। महाराज साहब जी ने पूछा तो इन्हें हाँ दे सिर नवा दिता है। कोश बिखै ते कहे अनवायो, तिस निज में जो खेल बिछायो। कोश खाने का जिहड़ा सीरा जी खजार जी उन्होंने बुलाया तो उन्होंने कहते भी जा चौपड़ की खेड मंगवाई ਅਤੇ ਆਪਣੇ ਤੋਂ उस पठान के विचकार जिहड़ी विछाई करा लई भी इन्हां नरदां दे नाल खेडना। महाराज साहब सच्चे पातशाह जी ने जदों वो चौपड़ की खेड विछाई है। डल कंचन के चूनी जरे, तिमही नर्द जगमगा करे। चौपड़ के सारे नर्द सी ना जी सोने ते चांदी दे जड़े हुए सन, उन्हां दे सोना चांदी जड़िया होया सी। तिमही नर्द जगमगा करे, सारे उस प्रकार नरदां जिहड़ियां सी ना जगमग जगमग करदियां पईयां ने। इन्हां नूं वेख के बड़ा हैरान होया भी ये राजियां महाराजियां बादशाहां दे कोल नहीं इहो जिहा मिलदा जिहड़ा गुरु गोबिंद सिंह महाराज जी दे कोल है। हुण ये बड़े कौतक ने अचरज जे महाराज इनूं भरमा रहे ने, महाराज देख रहे ने, परख करदे पए ने। सतगुरु पातशाह जी ने जदों चौपड़ की खेड विछवाई तो उहदे विच नरदां जिहड़ियां सोने चांदी दे नाल जड़ियां बड़ियां चमका मारदियां ने। चले दाव डल कोशित मेल, परचे एक दोए बाजी खेल। चल के नरदां नूं जमीन ते सुटिया जांदा है ते एक दो बाजियां खेड के दिल परचावा कीता। एक दो बाजियां खेडियां दिल दा परचावा जा कीता, नूं देखना कीता। बहुर बार ता गुरु चलाई, कब तै करी चाकरी पाई। उत्थे ही लैंदा सारी गलबात सच पुछनी सी। महाराज कहंदे सारी वार्तालाप करके कहंदे भी गुल खान जिहड़ी तू चाकरी की गल करदा, सरकारी नौकरी शाही नौकरी शाही जिहड़ा फौज विच नौकरी की गल करदा, ये कदों तो तू नौकरी करदा पिया है? शाहो निकट कब के तुम रहे, कितक दरब को तहते लहे। बादशाह दे कोल कदों दा तू रह रहा है, किन्ना दरब तैनू तनख्वाह जिहड़ी वो किन्नी दित्ती जाती है, ये सारा कुछ पूछना बड़ा महाराज का वाजिब सी। उन्होंने पूछया जा रहा सी वाकया ये पठान नौकरी करता है कि झूठ बोलता है, क्योंकि तनख्वाह पुछनी, तनख्वाह का जिहड़ा रुझान चा बनना, रोज नाम चा बनना, वो गलबात सारी लिखत रूप में हुंदी सी। ते महाराज वो पुछ रहे ने किहड़े बादशाह कोल कदों तो नौकरी करदा, किन्नी तनख्वाह लेना, ये सारा खर्चा पारी बार जो पूछा है। सुन कर जोर पठान बखानी, तिरंकार की लगी महानी। सुन के जी पठान बोलदा जी बहुता तो मैनू पता नहीं, हाथ जोड़ के कहन लगा भी बहुत ही देर तो ये वड्डी नौकरी साडी लगी हुई है
ਉਹਦੀ ਤਨਖਾਹ ਜਿਹੜੀ ਸਾਨੂੰ ਮਿਲਦੀ ਹੈ। ਮਮ ਜਨਨੀ ਸਭ ਭਣਿਓ ਪ੍ਰਸੰਗ, ਸੋ ਮੈਂ ਕਹੂੰ ਆਪ ਕੈ ਸੰਗ। ਕੌਣ ਕਹਿੰਦਾ ਵੀ ਮੇਰੀ ਮਾਂ ਨੇ ਜਿਵੇਂ ਮੈਨੂੰ ਪ੍ਰਸੰਗ ਦੱਸਿਆ ਸੀ, ਜੋ ਵਾਰਤਾਲਾਪ ਮੇਰੀ ਮਾਂ ਨੇ ਮੈਨੂੰ ਦੱਸੀ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ। ਬਹੁਤਾ ਤੇ ਮੈਨੂੰ ਪਤਾ ਨਹੀਂ, ਪਰ ਅਸੀਂ ਸ਼ਾਹੀ ਲਸ਼ਕਰ ਵਿੱਚ ਨੌਕਰੀ ਕਰਦੇ ਹਾਂ, ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਹਾਂ। ਸ਼ਾਹੋ ਸਮੀਪ ਮਿਲਿਓ ਮਮ ਦਾਦਾ, ਕਿਸ ਕਾਰਨ ਤੇ ਗੁਰ ਸੰਗ ਬਾਦਾ। ਇਹਨੇ ਦੱਸਿਆ ਵੀ ਇਹ ਮੇਰਾ ਜਿਹੜਾ ਦਾਦਾ ਸੀ ਨਾ, ਉਹ ਸ਼ਾਹ ਸਮੀਪ ਬਾਦਸ਼ਾਹ ਨੂੰ ਮੇਰਾ ਦਾਦਾ ਜਾ ਕੇ ਮਿਲਿਆ ਸੀ, ਤੇ ਕਿਸੇ ਕਾਰਨ ਉਹ ਜਿਹੜਾ ਸੀ ਆ ਬਾਦਸ਼ਾਹ ਦਾ ਗੁਰੂ ਸਾਹਿਬ ਜੀ ਦੇ ਨਾਲ ਝਗੜਾ ਹੋ ਗਿਆ। ਉਹਨੇ ਪਿੱਛੇ ਤੋਂ ਚੱਲ ਪਈ ਵਾਰਤਾਲਾਪ ਸਾਰੀ, ਜਹਾਂਗੀਰ ਤੋਂ ਲੈ ਕੇ ਸ਼ਾਹਜਹਾਂ ਤੋਂ ਲੈ ਕੇ ਪਿਛਲੀਆਂ ਗੱਲਾਂ ਸ਼ੁਰੂ ਹੋ ਗਈਆਂ। ਹੁਣ ਮਹਾਰਾਜ ਨੇ ਪੁੱਛਿਆ ਤੇ ਪਿਛਲੀਆਂ ਗੱਲਾਂ ਸ਼ੁਰੂ ਹੋ ਗਈਆਂ। ਕਹਿੰਦਾ ਮੇਰਾ ਦਾਦਾ ਬਾਦਸ਼ਾਹ ਨੂੰ ਮਿਲਿਆ, ਉਸ ਤੋਂ ਬਾਅਦ ਗੁਰੂ ਜੀ ਦੇ ਨਾਲ ਬਾਦਸ਼ਾਹ ਦਾ ਕੋਈ ਝਗੜਾ ਹੋ ਗਿਆ, ਤੇ ਆਪਣੇ ਦਾਦੇ ਦੀ ਵੀ ਗੱਲ ਸੁਣਾਉਂਦਾ ਵੀ ਮੇਰੇ ਦਾਦੇ ਦੀ ਵੀ ਕਿਸੇ ਕਾਰਨ ਗੁਰੂ ਨਾਲ ਝਗੜਾ ਹੋਇਆ ਸੀ, ਕਿਉਂਕਿ ਪੈਂਦੇ ਖਾਨ ਦਾ ਝਗੜਾ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਹੋਇਆ ਸੀ। ਇਸ ਤਰ੍ਹਾਂ ਦੇ ਨਾਲ ਆਪਣੀ ਪਿਛਲੀ ਵਾਰਤਾਲਾਪ ਜਦੋਂ ਸੁਣਾਈ ਹੈ। ਮਰਿਓ ਜੁਧ ਮੈਂ ਸੋ ਤਤਕਾਲਾ, ਪਿਤਾ ਰਹਿਓ ਤਨ ਭਰਿਓ ਲਹਿਓ ਵਿਸਾਲਾ। ਫਿਰ ਮੇਰਾ ਦਾਦਾ ਜਿਹੜਾ ਸੀ ਯੁੱਧ ਵਿੱਚ ਮਾਰਿਆ ਗਿਆ। ਜਦੋਂ ਮਾਰਿਆ ਗਿਆ ਫਿਰ ਮੇਰੇ ਪਿਤਾ ਜੀ ਬਚ ਗਏ। ਜਦੋਂ ਮੇਰੇ ਪਿਤਾ ਬਚੇ ਤੇ ਉਹਨਾਂ ਨੇ ਬਾਦਸ਼ਾਹ ਪਾਸੋਂ ਫਿਰ ਬਹੁਤ ਜਿਹੜੀ ਸੀ ਨਾ ਧਨ ਲਿਆ, ਭਾਵ ਕਿ ਫਿਰ ਬਾਦਸ਼ਾਹ ਦੇ ਕੋਲ ਮੇਰਾ ਪਿਤਾ ਗਿਆ, ਕਿਉਂਕਿ ਗਾਂ ਦੀ ਅੱਗੇ ਚੱਲਦਾ ਗਿਆ। ਜੋ ਪੈਂਦੇ ਖਾਨ ਮਰਿਆ, ਭਾਵੇਂ ਕਿ ਪੈਂਦੇ ਖਾਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਰਿਆ ਸੀ, ਫਿਰ ਵੀ ਉਹਦਾ ਆਧਾਰ ਜਿਹੜਾ ਆਪ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ ਸੀ। ਕਰਤਾਰਪੁਰ ਦੀ ਜੰਗ ਦੇ ਵਿੱਚ ਮਹਾਰਾਜ ਨੇ ਆਪ ਕੀਤਾ ਸੀ। ਇਸ ਕਰਕੇ ਹੁਣ ਦੱਸ ਰਿਹਾ ਵੀ ਮੇਰੇ ਦਾਦਾ ਜੀ ਮਾਰੇ ਗਏ, ਮੇਰੇ ਪਿਤਾ ਜੀ ਬਾਦਸ਼ਾਹ ਕੋਲ ਗਏ, ਫਿਰ ਸਾਨੂੰ ਬਾਦਸ਼ਾਹੀ ਖਜ਼ਾਨੇ ਵਿੱਚੋਂ ਧਨ ਮਿਲਿਆ ਹੈ। ਕਰਤ ਚਾਕਰੀ ਹਜ਼ਰਤ ਕੇਰੀ, ਸ਼ਾਹ ਜਹਾਂ ਪੁਨ ਅਵਰੰਗ ਨੇਰੀ। ਮੇਰਾ ਪਿਤਾ ਜਿਹੜਾ ਸੀ ਉਹ ਸ਼ਾਹਜਹਾਂ ਦੇ ਕੋਲ ਚਾਕਰੀ ਕਰਦਾ ਰਿਹਾ। ਫਿਰ ਸ਼ਾਹਜਹਾਂ ਤੋਂ ਬਾਅਦ ਅਵਰੰਗ ਨੇਰੀ, ਅਵਰੰਗ ਦਾ ਭਾਵ ਔਰੰਗਜ਼ੇਬ ਬਾਦਸ਼ਾਹ, ਮੇਰਾ ਪਿਤਾ ਜਿਹੜਾ ਔਰੰਗਜ਼ੇਬ ਬਾਦਸ਼ਾਹ ਦੇ ਨੇੜੇ ਹੋ ਗਿਆ। ਵੀ ਇਹ ਸ਼ਾਹੀ ਲਸ਼ਕਰ ਦੇ ਵਿੱਚ ਸਾਡਾ ਜਿਹੜਾ ਨਾ ਪਿੱਛੇ ਤੋਂ ਲੈ ਕੇ ਚੱਲਦਾ ਆਉਂਦਾ ਹੈ। ਉਨ ਬੈ ਤੇ ਪਿਤ ਮਰ ਗਇਓ, ਮੈਂ ਚਾਕਰ ਪੁਨ ਤੇ ਮਿਹੀ ਪਇਓ। ਪਿਤਾ ਦੀ ਉਮਰ ਜਿਹੜੀ ਸੀ ਪੂਰੀ ਹੋ ਗਈ, ਮੇਰਾ ਪਿਤਾ ਮਰ ਗਿਆ। ਮੇਰੇ ਪਿਤਾ ਤੋਂ ਬਾਅਦ ਮੈਂ ਚਾਕਰ ਜਿਹੜਾ ਸੀ ਨਾ ਨੌਕਰ ਬਣ ਗਿਆ, ਵੀ ਸ਼ਾਹੀ ਲਸ਼ਕਰ ਵਿੱਚ ਨੌਕਰੀ ਕਰਨ ਲੱਗਿਆ ਹਾਂ। ਲਗਿਓ ਪ੍ਰਥਮ ਦਰਮਾਹੋਂ, ਜੇਤਾ ਲੈਤੇ ਰਹੇ ਸਦਾ ਹਮ ਤੇਤਾ। ਪਹਿਲਾਂ ਤੋਂ ਲੈ ਕੇ ਨਾ ਦਰਮਾਹ ਹੁੰਦਾ ਜੀ ਮਾਸਿਕ ਭੱਤਾ, ਮਾਸਿਕ ਜਿਵੇਂ ਆਪਾਂ ਕਹਿੰਦੀ ਤਨਖਾਹ। ਕਹਿੰਦੇ ਪਹਿਲਾਂ ਤੋਂ ਲੈ ਕੇ ਜਿਹੜੀ ਸਾਡੀ ਮਾਸਿਕ ਤਨਖਾਹ ਸ਼ਾਹੀ ਖਜ਼ਾਨੇ ਵਿੱਚੋਂ ਲੱਗੀ ਸੀ, ਉਸੇ ਤਰ੍ਹਾਂ ਮੇਰੇ ਦਾਦੇ ਮੇਰੇ ਪਿਤਾ ਤੇ ਗਾਂ ਮੈਨੂੰ ਉਹੀ ਤਨਖਾਹ ਜਿਹੜੀ ਹੈ ਅੱਗੇ ਮਿਲਦੀ ਰਹੀ ਹੈ। ਕਿਤਕ ਸਮੇਂ ਇਤ ਕਹਿਤ ਬਿਤਾਇਓ, ਉਠ ਸਲਾਮ ਹਿਤ ਸੀਸ ਝੁਕਾਇਓ। ਗੁਰੂ ਸਾਹਿਬ ਜੀ ਦੇ ਕੋਲ ਬੈਠ ਕਰਕੇ ਗੁਲ ਖਾਨ ਆਪਣੀ ਆਪਣੇ ਪਰਿਵਾਰ ਦੀ ਵਾਰਤਾਲਾਪ ਸੁਣਾਉਂਦਾ ਰਿਹਾ ਹੈ। ਥੋੜੇ ਸਮੇਂ ਬਾਅਦ ਜਦੋਂ ਸਮਾਂ ਹੋ ਗਿਆ, ਉੱਠ ਕੇ ਸਲਾਮ ਕਰਦਾ, ਨਮਸਕਾਰ ਕਰਕੇ ਸੀਸ ਝੁਕਾਇਆ ਹੈ। 5 ਰੁਪਈਏ ਪ੍ਰਭੂ ਦਿਵਾਏ, ਲੈ ਇਨਾਮ ਗਮਨਿਓ ਹਰ ਖਾਏ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਕਿਰਪਾ ਦੇ ਘਰ ਵਿੱਚ ਆਏ। ਭਾਵੇਂ ਕਿ ਪਤਾ ਹੈ ਵੀ ਇਹ ਸਾਡੇ ਦਾਦੇ ਪੜਦਾਦੇ ਤੋਂ ਲੈ ਕੇ ਸਾਡੇ ਧਰੋ ਕਮਾਉਣ ਵਾਲਿਆਂ ਦੀ ਕੁਲ ਵਿੱਚੋਂ ਹੈ, ਪਰ ਮਹਾਰਾਜ ਬੜੇ ਬਖਸ਼ੰਦ ਨੇ, ਦਿਆਲੂ ਸੁਭਾਅ ਦੇ ਨੇ, ਬੜੀ ਰਹਿਮਤ ਕਰਨ ਵਾਲੇ ਨੇ। ਜੇ ਅਸੀਂ ਕਿਤੇ ਰੱਬ ਦੀ ਗੱਲ ਕਰੀਏ ਨਾ, ਗੁਰੂ ਦੀ ਗੱਲ ਕਰੀਏ, ਤੇ ਅਸੀਂ ਦੁਨੀਆਦਾਰ ਲੋਕ ਜਿਹੜੇ ਨਾ, ਅਸੀਂ ਬੜੇ ਕਿਸੇ ਵੀ ਪ੍ਰਕਾਰ ਕਰਕੇ, ਹਰ ਪ੍ਰਕਾਰ ਕਰਕੇ ਬੜੇ ਔਗਣਾਂ ਦੇ ਭਰੇ ਆ, ਪਰ ਗੁਰੂ ਤੇ ਰੱਬ ਸਾਨੂੰ ਬਰਦਾਸ਼ਤ ਦਾ ਪਿਆ ਸਾਰਿਆਂ ਨੂੰ। ਜੇ ਕਹੀਏ ਨਾ ਵੀ ਆਪਾਂ ਨਹੀਂ ਆਪਾਂ ਸਾਰੇ ਔਗਣਾਂ ਦੇ ਕਰਕੇ, ਚੋਰ ਯਾਰ ਠੱਗ ਬਟਵਾਰ, ਝੂਠ ਬੋਲਣਾ, ਨਿੰਦਾ ਕਰਨੀ, ਦਵੈਸ਼ ਕਰਨੀ, ਕਾਮ ਕ੍ਰੋਧ ਲੋਭ ਹੰਕਾਰ ਕੇ ਸਾਰੇ ਤੇ ਭਰੇ ਪਏ ਆਪਾਂ, ਪਰ ਰੱਬ ਕਿੰਨਾ ਵੱਡਾ ਦਿਆਲੂ, ਸਾਰਿਆਂ ਨੂੰ ਬਰਦਾਸ਼ਤ ਕਰਦਾ। ਗੁਰੂ ਕਿੰਨਾ ਵੱਡਾ ਦਿਆਲੂ ਆ, ਸਾਰਿਆਂ ਨੂੰ ਬਰਦਾਸ਼ਤ ਕਰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਰੱਬ ਨੇ, ਆਪ ਸ਼ਹਿਨਸ਼ਾਹ ਨੇ, ਆਪ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਨੇ। ਭਾਵੇਂ ਜਾਣਦੇ ਸੀ ਵੀ ਇਹ ਪਿੱਛੇ ਤੋਂ ਲੈ ਕੇ ਜਿਹੜਾ
ਇਹਦੇ ਦਾਦੇ ਨੇ ਧਰੋ ਕਮਾਇਆ ਮੇਰੇ ਦਾਦੇ ਨਾਲ, ਭਾਵੇਂ ਫਿਰ ਮੇਰੇ ਦਾਦਿਆਂ ਧਰੋ ਕਮਾਇਆ ਤੇ ਮੇਰੇ ਦਾਦੇ ਨੇ ਇਹਦੇ ਦਾਦੇ ਨੂੰ ਬਖਸ਼ ਵੀ ਦਿੱਤਾ ਸੀ, ਪਰ ਹੈ ਫਿਰ ਉਸੇ ਤਰ੍ਹਾਂ ਦੇ ਨਾਲ ਧਰੋ ਕਮਾਉਣ ਦੀ ਮਨਸਾ ਲੈ ਕੇ ਆਇਆ ਸੀ। ਮਹਾਰਾਜ ਬੜੇ ਦਿਆਲੂ ਸੀ, ਦਿਆਲੂ ਸੁਭਾਅ ਵਿੱਚ ਆਏ ਤੇ ਮਹਾਰਾਜ ਨੇ ਇਹਨਾਂ ਦੀ ਜਦੋਂ ਉੱਠ ਕੇ ਨਮਸਕਾਰ ਕਰਕੇ ਤੁਰਨ ਲੱਗਾ, 5 ਰੁਪਈਏ ਪ੍ਰਭੂ ਦਵਾਏ। ਮਹਾਰਾਜ ਕੋਸ਼ੇ ਖਾਨੇ ਨੂੰ ਖਜ਼ਾਨਚੀ ਨੂੰ ਬੁਲਾ ਕੇ ਕਹਿਣ ਲੱਗੇ, ਭਾਈ 5 ਰੁਪਈਏ ਇਹਨੂੰ ਦਿਓ, ਇਨਾਮ ਵਜੋਂ ਦੇ ਦਿਓ, ਬਖਸ਼ਿਸ਼ ਵਜੋਂ ਦੇ ਦਿਓ, ਇਨਾਮ ਗਮਨਿਓ ਲੈ ਇਨਾਮ ਗਮਨਿਓ ਰਖਾਏ। ਮਹਾਰਾਜ ਤੋਂ ਨਾਮ ਲੈ ਕੇ ਨਾ ਬਖਸ਼ਿਸ਼ ਲੈ ਕੇ ਬੜਾ ਖੁਸ਼ ਹੋਇਆ ਵੀ ਮਹਾਰਾਜ ਨੇ ਮੈਨੂੰ 5 ਰੁਪਈਏ ਦਿੱਤੇ। ਅੱਜ ਦੇ ਹਿਸਾਬ ਦੇ ਨਾਲ ਜੇ 5 ਰੁਪਈਏ ਲਾਈਏ ਤੇ 5 ਰੁਪਈਏ 5 ਲੱਖ ਵਰਗੇ ਆ। ਮਹਾਰਾਜ ਨੇ ਉਦੋਂ ਬਖਸ਼ਿਸ਼ ਕੀਤੀ ਜਦੋਂ 5 ਰੁਪਈਏ ਦਿੱਤੇ ਤੇ ਗੁਲ ਖਾਨ ਬੜਾ ਪ੍ਰਸੰਨ ਹੋ ਕੇ ਤੁਰਿਆ ਹੈ। ਸਿੰਘਨ ਪਰਖਿਓ ਗੁਰ ਕੋ ਖਿਆਲੋ, ਬਾਤ ਵਿਪਰਜੈ ਕਰਤ ਵਿਸਾਲੋ। ਖਿਆਲ ਸੀ ਨਾ ਜਿਹੜਾ ਸਤਿਗੁਰੂ ਦਾ ਸਿੰਘਾਂ ਨੇ ਗੁਰੂ ਸਾਹਿਬ ਦੇ ਖਿਆਲ ਦੀ ਪਰਖ ਕੀਤੀ, ਕਹਿੰਦੇ ਇਹ ਪਠਾਨ ਉਲਟ ਗੱਲਾਂ ਕਰਦਾ ਏ। ਮਹਾਰਾਜ ਨੂੰ ਇਹਨੂੰ ਬਖਸ਼ਿਸ਼ ਵੀ ਦਿੰਦੇ ਆ ਤੇ ਮਹਾਰਾਜ ਇਹਨੂੰ ਕੋਲ ਬਿਠਾ ਕੇ ਸਤਿਕਾਰ ਕਰਦੇ ਹਨ। ਹਾਥ ਜੋਰ ਕਰ ਅਰਜ ਗੁਜ਼ਾਰੀ, ਤੁਰ ਕੇ ਲਖੋਰੇ ਤੁਮਹਿ ਉਚਾਰੀ। ਮਹਾਰਾਜ ਤੁਸੀਂ ਤਾਂ ਬਚਨ ਕਰਦੇ ਹੋ ਵੀ ਤੁਰਕਾਂ ਦਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹਨਾਂ ਵਿਸ਼ਵਾਸਘਾਤ ਕੀਤਾ ਹੈ। ਪਹਿਲਾਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਲੱਗਿਆ, ਸਰਹੰਦ ਦੇ ਵਿੱਚ ਦੇਖ ਲਈਏ, ਚਮਕੌਰ ਦੇ ਵਿੱਚ ਦੇਖ ਲਈਏ, ਕਿੱਥੇ ਨਹੀਂ ਇਹਨਾਂ ਨੇ ਵਿਸ਼ਵਾਸਘਾਤ ਕੀਤਾ। ਮਹਾਰਾਜ ਤੁਸੀਂ ਸਾਨੂੰ ਸਮਝਾਉਂਦੇ ਵੀ ਇਹਨਾਂ ਦਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਪਰ ਤੁਹਾਡੇ ਖਿਆਲ ਦੀ ਅਸੀਂ ਜਿਹੜੀ ਪਰਖ ਕੀਤੀ, ਤੁਹਾਡਾ ਕੀ ਮਹਾਰਾਜ ਇਹ ਮਕਸਦ ਹੈ, ਤੁਹਾਡਾ ਕੀ ਇਹ ਖਿਆਲ ਹੈ। ਇੱਦਾਂ ਸਿੰਘ ਜਿਹੜੇ ਮਹਾਰਾਜ ਨੂੰ ਬੇਨਤੀ ਕਰਦੇ ਹਨ। ਆਇਸ ਅਚਲ ਆਪ ਕੀ ਹੈ, ਯਥਾ ਬਾਯੂ ਤੇ ਭੂਤਰ ਲਹੈ। ਆਗਿਆ ਤੇ ਹਵਾ ਵਰਗੀ ਆ, ਤੁਹਾਡੀ ਜਿਹੜੀ ਅਚਲ ਹੈ ਸਮੇਰ ਪਰਬਤ ਵਰਗੀ ਆਗਿਆ। ਜਿਵੇਂ ਹਵਾ ਜਿਹੜੀ ਨਾ ਸਮੇਰ ਪਰਬਤ ਨੂੰ ਨਹੀਂ ਉਡਾ ਸਕਦੀ, ਜਥਾ ਬਾਹੂ ਤੇ ਭੂਤਰ ਰਹਿ, ਜਿੰਨੀ ਮਰਜ਼ੀ ਹਵਾ ਚੱਲ ਪਏ ਸਮੇਰ ਪਰਬਤ ਨੇ ਟਿਕੇ ਰਹਿਣਾ। ਤੁਹਾਡੀ ਆਗਿਆ ਤੇ ਸਮੇਰ ਪਰਬਤ ਵਰਗੀ ਹੈ, ਪਰ ਤੁਹਾਡੇ ਕੌਤਕਾਂ ਨੂੰ ਸਮਝ ਨਹੀਂ ਸਕੇ। ਹਾਂ ਆਬੇ ਖਾਨ ਆਪ ਸਨਮਾਨਾ, ਨਿਕਟ ਬਿਠਾਏ ਸਨੇਹ ਬਹਾਨਾ। ਤੁਸੀਂ ਇਸ ਪਠਾਨ ਨੂੰ ਕੋਲੇ ਬਿਠਾਉਂਦੇ ਹੋ, ਬੜਾ ਸਨਮਾਨ ਦਿੰਦੇ ਹੋ, ਬੜਾ ਆਦਰ ਕੀਤਾ ਹੈ। ਚੌਪੜ ਖੇਲਤ ਦੇਤੇ ਅਨਾਮੋ, ਰੋਹ ਕਰ ਮਾਨੋ ਤਾਹੇ ਸਲਾਮੋ। ਤੁਸੀਂ ਇਹਦੇ ਨਾਲ ਚੌਪੜ ਖੇਡਿਆ, ਫਿਰ ਜਦੋਂ ਜਾਂਦਾ ਤੇ ਇਹਨੂੰ ਤੁਹਾਨੂੰ ਸਲਾਮਾਂ ਕਰਦਾ ਹੈ, ਇਹਨੂੰ ਇਨਾਮ ਦਿੰਦੇ ਹੋ। ਸੰਸੈ ਸਭ ਸਿੰਘਨ ਕੋ ਹੋਵਾ, ਨਯੋ ਸੁਭਾਵ ਆਪ ਕੋ ਜੋਵਾ। ਸਾਡੇ ਸਾਰਿਆਂ ਦੇ ਹਿਰਦੇ ਸੰਸਾ ਹੋਇਆ, ਸ਼ੰਕਾ ਜੀ ਪੈਦਾ ਹੋਈ, ਤੁਹਾਡਾ ਨਵਾਂ ਸੁਭਾਅ ਵੇਖਿਆ ਹੈ, ਤੁਹਾਡਾ ਇਹ ਸੁਭਾਅ ਵੇਖਿਆ ਵੀ ਇਹ ਕਿੱਦਾਂ ਦਾ ਨਵਾਂ ਜਿਹਾ ਸੁਭਾਅ ਤੁਹਾਡਾ ਹੈ, ਇਸ ਬਾਰੇ ਕਿਰਪਾ ਕਰਕੇ ਦੱਸੋ ਜੀ। ਸਿਰ ਮੁਖ ਹੱਸੇ ਤਬ ਗੁਣ ਖਾਨੀ, ਸਾਦਰ ਸਭ ਸਨ ਕੀਨ ਬਖਾਨੀ। ਹੱਸ ਕੇ ਨਾ ਮੁਸਕਰਾ ਕੇ ਤੇ ਸਾਰਿਆਂ ਨੂੰ ਆਦਰ ਸਹਿਤ ਇਸ ਤਰ੍ਹਾਂ ਦੱਸਦੇ ਪਏ ਹਨ। ਸੁਨੋ ਖਾਲਸਾ ਕਾਮ ਹਮਾਰਾ, ਪਰਿਓ ਇਸੀ ਖੇ ਹਾਥ ਉਦਾਰਾ। ਪਾਤਸ਼ਾਹ ਜੀ ਕਹਿੰਦੇ ਗੁਲ ਖਾਨ ਨਾਲ ਸਾਡਾ ਕੋਈ ਰਿਸ਼ਤਾ ਹੈ, ਇਹਦੇ ਨਾਲ ਕੋਈ ਕੰਮ ਹੈ ਸਾਡਾ, ਇਸ ਕਰਕੇ ਇਹਦਾ ਮਾਣ ਸਨਮਾਨ ਕਰਦੇ ਹਾਂ। ਇਹ ਵੀ ਗੱਲ ਹੈ ਜੀ, ਗੁਰੂ ਕਲਗੀਧਰ ਤ੍ਰਿਲੋਕੀ ਦੇ ਮਾਲਕ ਨੇ, ਉਹਨਾਂ ਦੇ ਵਾਰ ਕਰਨਾ, ਉਹਨਾਂ ਦੇ ਜਮ ਧਰ ਮਾਰਨਾ ਕੋਈ ਇਹ ਛੋਟੀ ਜਿਹੀ ਖੇਡ ਨਹੀਂ। ਮਹਾਰਾਜ ਤ੍ਰਿਲੋਕੀ ਦੇ ਮਾਲਕ ਨੇ, ਉਹ ਸਭ ਕੁਝ ਜਾਣਦੇ ਨੇ, ਪਰ ਮਹਾਰਾਜ ਬਚਨ ਕਰਦੇ ਪਏ ਨੇ, ਕਹਿੰਦੇ ਇਹਦੇ ਨਾਲ ਕੋਈ ਸਾਡਾ ਨਾ ਕੋਈ ਰਿਸ਼ਤਾ ਹੈ, ਇਹਦੇ ਨਾਲ ਸਾਡਾ ਕੋਈ ਕੰਮ ਹੈ, ਇਸ ਕਰਕੇ ਇਹਦਾ ਮਾਣ ਸਨਮਾਨ ਕਰਦੇ ਹਾਂ। ਇਸ ਕੋ ਦਾਦਾ ਸੂਰਮਾ ਬਲੀ, ਗੁਰ ਨਿਜ ਟਿਗ ਰਾਖਿਓ ਵਿਦ ਭਲੀ। ਦਾਦਾ ਬੜਾ ਸੂਰਮਾ ਸੀ, ਬਹੁਤ ਬਲਵਾਨ ਸੀ, ਤੇ ਗੁਰੂ ਸਾਹਿਬ ਜੀ ਨੇ ਆਪਣੇ ਕੋਲ ਰੱਖਿਆ ਸੀ, ਭਲੀ ਪ੍ਰਕਾਰ ਦੇ ਨਾਲ ਉਹਦੀ ਪਰਵਰਿਸ਼ ਵੀ ਕੀਤੀ ਤੇ ਉਹਨੂੰ ਆਪਣੇ ਨਾਲ ਰੱਖਦੇ ਸਨ। ਦਈ ਜੰਗ ਕੀ ਅਦਕ ਵਡਾਈ, ਤਿਸ ਹੀ ਪਰ ਸ਼ਮਸ਼ੇਰ ਚਲਾਈ। ਜੀ ਬਹੁਤ ਵਡਿਆਈ ਉਸ ਨੂੰ ਦਿੱਤੀ ਸੀ, ਜੰਗ ਵਿੱਚ ਬਹੁਤ ਵਡਿਆਈਆਂ ਦਿੱਤੀਆਂ ਸੀ ਮਹਾਰਾਜ ਨੇ, ਪੈਂਦੇ ਖਾਨ ਨੂੰ ਬਹੁਤ ਵਡਿਆਈਆਂ ਦਿੰਦੇ ਸਨ। ਪਰ ਜਦੋਂ ਉਹ ਹੰਕਾਰ ਕਰ ਗਿਆ, ਫਿਰ ਮੇਰੇ ਦਾਦੇ ਨੇ ਇਹਦੇ ਦਾਦੇ ਨੂੰ ਆਪਣੀ ਸ਼ਮਸ਼ੀਰ ਦੇ ਨਾਲ ਝਟਕਾ ਕੇ ਨਾ ਉਹਦਾ ਫਿਰ ਅੰਤ ਕੀਤਾ ਸੀ। ਇਸ ਕਰਕੇ ਸਾਡਾ ਨੇਹੋ ਸਾਡਾ ਨਾਤਾ ਹੈ ਪੁਰਾਣਾ। ਮਹਾਰਾਜ ਸਾਹਿਬ ਜੀ ਦੱਸ ਰਹੇ ਹਨ ਕਿ ਇਹਦੇ ਦਾਦਾ ਬਹੁਤ ਬਲਵਾਨ ਸੀ, ਪਰ
ਜਦੋਂ ਉਹ ਹੰਕਾਰ ਕਰ ਗਿਆ ਤੇ ਸ਼ਮਸ਼ੀਰ ਦੇ ਨਾਲ ਗੁਰੂ ਸਾਹਿਬ ਜੀ ਨੇ ਉਦੰਤ ਕੀਤਾ ਹੈ। ਜਾਂ ਤੇ ਉਪਜੀ ਮਨ ਮਮ ਕਰਨਾ, ਲੜਕਾ ਭਇਓ ਸਨੇਹ ਕਰਨਾ। ਕਹਿੰਦੇ ਇਸ ਕਰਕੇ ਨਾ ਮੇਰੇ ਮਨ 'ਚ ਕਰਨਾ, ਜਿਹੜੀ ਦਿਆਲਤਾ ਪੈਦਾ ਹੋਈ, ਸਾਡੇ ਮਨ 'ਚ ਕਿਰਪਾ ਪ੍ਰਗਟ ਹੋਈ ਹੈ। ਪੈਂਦੇ ਖਾਨ ਦੀ ਕੁੱਲ ਵਿੱਚ ਲੜਕਾ ਪੈਦਾ ਹੋਇਆ, ਇਸ ਕਰਕੇ ਇਹਦੇ ਨਾਲ ਅਸੀਂ ਬੜਾ ਸਨੇਹ ਪਿਆਰ ਕਰਦੇ ਹਾਂ। ਇਮ ਕੈ ਸਿੰਘਨ ਕੋ ਸੰਤੋਸ਼ਾ, ਦਾਸਨ ਕੋ ਪਰੋਸ ਬਿਨ ਜੋਸ਼ਾ। ਕਹਿ ਜੀ ਸਿੰਘਾਂ ਨੂੰ ਸੰਤੋਸ਼ ਦਵਾਇਆ, ਮਾਰ ਤਸੱਲੀ ਕਰਵਾਈ। ਸਤਿਗੁਰੂ ਜੀ ਬਿਨਾਂ ਦੋਸ਼ ਆਪਣੇ ਦਾਸਾਂ ਨੂੰ ਭਰੋਸਾ ਦਿੱਤਾ, ਬਿਨਾਂ ਦੋਸ਼। ਇਹ ਨਹੀਂ ਕਿਹਾ ਵੀ ਇਹਦੇ ਦਾਦੇ ਨੇ ਧਰੋ ਕਮਾਇਆ ਸੀ ਸਾਡੇ ਨਾਲ ਤਾਂ ਮਾਰਿਆ ਦਾਦੇ ਮੇਰੇ ਨੇ, ਨਹੀਂ। ਮਹਾਰਾਜ ਕਹਿੰਦੇ ਕੋਈ ਨਹੀਂ, ਇਹ ਪੈਂਦੇ ਖਾਨ ਦੀ ਕੁੱਲ ਦਾ ਹੈ, ਇਸ ਕਰਕੇ ਵੱਡੇ ਸਤਿਗੁਰਾਂ ਦੇ ਕੋਲ ਰਿਹਾ, ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਰਿਹਾ। ਇਸ ਕਰਕੇ ਇਹਦਾ ਮਾਣ ਸਨਮਾਨ ਕੀ ਤਸੱਲੀ ਦਵਾ ਦਿੱਤੀ ਸਿੰਘਾਂ ਨੂੰ ਵੀ ਕੋਈ ਦੋਸ਼ ਨਹੀਂ ਹੈ। ਇਸ ਕਰਕੇ ਤਸੱਲੀ ਦਵਾ ਕੇ ਮਹਾਰਾਜ ਜੀ ਉਹਨਾਂ ਨੂੰ ਪ੍ਰਸੰਨਤਾ ਵਿੱਚ ਲੈ ਕੇ ਆਏ। ਲਖੇ ਨ ਜਾਹੇ ਚਰਿਤ ਜਿਨ ਰੂਰੇ, ਦੁਖ ਦਰਦ ਹਰਤਾ ਗੁਰ ਪੂਰੇ। ਕਲਗੀਧਰ ਪਾਤਸ਼ਾਹ ਦੇ ਚਰਿੱਤਰ ਜਿਹੜੇ ਹਨ ਉਹਨਾਂ ਨੂੰ ਸਮਝਿਆ ਨਹੀਂ ਜਾ ਸਕਦਾ। ਦੁੱਖਾਂ ਦਰਿਦਾਂ ਦੇ ਹਰਨ ਵਾਲੇ ਪੂਰਨ ਗੁਰੂ ਸਤਿਗੁਰੂ ਦੇ ਚਰਿੱਤਰਾਂ ਨੂੰ ਕੌਣ ਜਾਣ ਸਕਦਾ ਹੈ। ਨਿਸਾ ਪਰੀ ਕੀ ਅਖਾਨਾ ਰੂਪਾਨਾ, ਸੁਪਤ ਜਤਾ ਸੋ ਕਿਰਪਾ ਨਿਦਾਨਾ। ਸਤਿਗੁਰੂ ਪਾਤਸ਼ਾਹ ਜੀ ਰਾਤ ਹੋਈ ਜਲ ਪਾਣੀ ਛਕ ਕੇ ਵਿਸਰਾਮ ਕੀਤਾ ਹੈ। ਬੜੀ ਪ੍ਰਾਂਤ ਤੇ ਸ਼ੌਚ ਇਸ਼ਨਾਨੇ, ਆਨੰਦ ਆਤਮੈ ਲਾਹਿਸ ਪਿਆਨੇ। ਸਤਿਗੁਰੂ ਅੰਮ੍ਰਿਤ ਵੇਲਾ ਹੋਇਆ, ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਣੀ ਕੀਤਾ, ਸਰੀਰ ਕਿਰਿਆ ਸੋਧੀ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਧਿਆਨ ਵਿੱਚ ਲਿਵ ਲੀਨ ਹੋ ਗਏ ਹਨ। ਦਿਨ ਕਰ ਉਦੈ ਭਇਓ ਨਭ ਜਬੈ, ਕਮਲ ਬਿਲੋਚਨ ਬਿਖਸੇ ਤਬੈ। ਚੜਾ ਹੋ ਗਿਆ ਜੀ, ਸੂਰਜ ਦਾ ਚੜਾ ਹੋ ਗਿਆ। ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਕਮਲ ਸਰੀਖੇ ਬਿਲੋਚਨ ਜਿਹੜੇ ਨੇਤਰ ਉਹਨਾਂ ਨੂੰ ਖੋਲਣਾ ਕੀਤਾ ਹੈ। ਸ਼ਸਤਰ ਬਸਤਰ ਕੋ ਅੰਗ ਸਜਾਏ, ਬੈਠੈ ਬੀਚ ਖਾਲਸੇ ਆਏ। ਸੁੰਦਰ ਬਸਤਰ ਸਰੀਰ ਤੇ ਪਹਿਨ ਕਰਕੇ ਸਜਾ ਕਰਕੇ ਜਿੱਥੇ ਖਾਲਸਾ ਬੈਠਾ ਹੈ ਉੱਥੇ ਆਣ ਕੇ ਮਹਾਰਾਜ ਸਾਰੇ ਖਾਲਸੇ ਵੀ ਸਭਾ ਲਗਾ ਕੇ ਬੈਠ ਗਏ। ਸਮਾ ਜਾਮ ਦਿਨ ਚੜੇ ਆਰਾ, ਅਚੈ ਪ੍ਰਭੂ ਗਣ ਸਿੰਘ ਮਜਾਰਾ। ਜਦੋਂ ਜੀ ਜਿਹੜਾ ਸੀਗਾ ਦਿਨ ਚੜ ਗਿਆ, ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਰੇ ਸਿੰਘਾਂ ਦੇ ਨਾਲ ਮਿਲ ਕਰਕੇ ਜਲ ਪਾਣੀ ਪ੍ਰਸ਼ਾਦਾ ਪਾਣੀ ਛਕਿਆ ਹੈ। ਧਰੇ ਦੁਪਹਿਰ ਕਰਤੇ ਆਰਾਮੋ, ਟੰਡਿਆਈ ਤ੍ਰਿਤੀਯ ਜਾਮੋ। ਜਦੋਂ ਦੁਪਹਿਰਾ ਢਲ ਜਾਂਦਾ ਜੀ, ਫਿਰ ਸਤਿਗੁਰੂ ਪਾਤਸ਼ਾਹ ਜੀ ਆਰਾਮ ਕਰਦੇ, ਜਲ ਪਾਣੀ ਛਕਦੇ ਹਨ। ਤੇ ਜਲ ਪਾਣੀ ਛਕ ਕਰਕੇ ਜਦੋਂ ਆਰਾਮ ਕਰਦੇ ਹਨ, ਦੋਹਰਾ ਪੁਨ ਪਾਲੀ ਮੈਂ ਵਸਤ ਦਵੈ, ਗੁਰ ਕੇ ਸਿੱਖ ਸੁਜਾਨ। ਦਰਸ਼ਨ ਗੁਰ ਅਵਲੋਕ ਤੇ, ਸ਼ਾਰਤ ਪ੍ਰੇਮ ਮਹਾਨ। ਦੁਪਹਿਰ ਦਾ ਸਮਾਂ ਹੋ ਗਿਆ ਏ। ਪਾਲੀ ਨਗਰ ਦੇ ਦੋ ਸਿੱਖ ਜਿਹੜੇ ਸਨ ਉਹ ਮਹਾਰਾਜ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੇ ਨੇ। ਉਹ ਜਿਹੜੇ ਆਣ ਕੇ ਮਹਾਰਾਜ ਨੂੰ ਕੋਈ ਸ਼ਸਤਰ ਜਿਹੜੇ ਬਸਤਰ ਭੇਟਾ ਕਰਦੇ ਹਨ। ਉਹਨਾਂ ਸ਼ਸਤਰਾਂ ਵਿੱਚ ਉਹ ਜਪਧਾਰ ਵੀ ਹੈ ਜਿਹੜੀ ਗੁਲਖਾਨ ਨੇ ਚਲਾਉਣੀ ਹੈ। ਇਸ ਤਰ੍ਹਾਂ ਦੇ ਨਾਲ ਮਹਾਰਾਜ ਦੇ ਕੋਲ ਪਾਲੀ ਨਗਰ ਦੇ ਸਿੱਖ ਆਉਂਦੇ ਨੇ। ਪਾਲੀ ਨਗਰ ਜਿਹੜਾ ਹੈ ਨੰਦੇੜ ਤੋਂ ਲਗਭਗ 500 ਮੀਲ ਉੱਤਰ ਵੱਲ ਹੈ। ਉੱਥੋਂ ਆਏ ਨੇ, ਮਹਾਰਾਜ ਦਰਸ਼ਨ ਦੀਦਾਰ ਕਰਨਗੇ। ਅਗਲੇ ਪ੍ਰਸੰਗ 'ਚ ਆਪਾਂ ਸਰਵਣ ਕਰਾਂਗੇ ਕਿ ਅਗਲਾ ਪ੍ਰਸੰਗ ਜਿਹੜਾ ਹੈ ਗੁਲਖਾਨ ਕੀ ਕਰਦਾ ਹੈ ਅਤੇ ਕਿਵੇਂ ਮਹਾਰਾਜ ਸਾਹਿਬ ਜੀ ਸ਼ਸਤਰ ਵਿਖਾਉਣਾ ਕਰਦੇ ਨੇ। ਅਗਲੇ ਪ੍ਰਸੰਗ ਸਰਵਣ ਕਰਨ। ਅੱਜ ਦਾ ਪ੍ਰਸੰਗ ਦੀ ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅੱਗੇ ਤੋਂ ਸਤਿਗੁਰੂ ਸਮਰਥ ਬਖਸ਼ਣ। ਆਓ ਸਮਾਪਤੀ ਦੀਆਂ ਪੰਕਤੀਆਂ ਸਰਵਣ ਕਰੀਏ। ਦੋਹਰਾ ਪੁਰ ਪਾਲੀ ਮੈਂ ਵਸਤ ਦਵੈ, ਗੁਰ ਕੇ ਸਿੱਖ ਸੁਜਾਨ। ਦਰਸ਼ਨ ਗੁਰ ਅਵਲਾਖ ਤੇ, ਧਾਰਤ ਪ੍ਰੇਮ ਮਹਾਨ। ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ, ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ। ਹੇ ਗੋਬਿੰਦ ਹੇ ਗੁਣ ਨਿਦਾਨ, ਸਦਾ ਬਦੇਕ। ਹੇ ਅਪਰੰਪਰ ਹਰ ਹਰੇ ਹੈ ਬਿਓਵਨ ਹਾਰ। ਹੇ ਸੰਤ ਕੈ ਸਦਾ ਸੰਗ, ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀਜੈ ਨਾਮ ਦਾਨ,
ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਈ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।